Hello students, good afternoon. Today our topic is bus system for memory transfer in CSA. What is bus system? Bus system ਕੀ ਹੁੰਦਾ ਮੈਮਰੀ ਜੇ ਤੁਸੀਂ ਮੈਮਰੀ ਦੇ ਵਿੱਚ ਡਾਟਾ ਟ੍ਰਾਂਸਫਰ ਕਰਵਾਉਣਾਗਾ ਇੱਕ ਲੋਕੇਸ਼ਨ ਤੋਂ ਦੂਸਰੀ ਮੈਮਰੀ ਲੋਕੇਸ਼ਨ ਤੋਂ ਕਿਸੇ ਹੋਰ ਲੋਕੇਸ਼ਨ ਤੇ ਤਾਂ ਅਸੀਂ ਬੱਸ ਸਿਸਟਮ ਯੂਜ਼ ਕਰਦੇ ਹਾਂ CPU ਦਾ ਇੱਕ ਪਾਰਟ ਆ ਬੱਸ ਸਿਸਟਮ ਯੂਜ਼ ਕੀਤੀ ਜਾਂਦੀ ਵੀ CPU ਦੁਆਰਾ ਜਿਹਦੇ ਨਾਲ ਮੈਮਰੀ ਤੋਂ ਡਾਟਾ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈ। ਵਾਟ ਆਰ ਦਾ ਬੱਸ ਸਿਸਟਮਸ ਕਨਸੈਪਟ ਕੀ ਹੈ? Memory is a part of computer that hold data and instruction for processing. Memory computer ਦਾ ਇੱਕ important part ਹੈ ਜਿਹਦੇ ਵਿੱਚ data ਦੇ instructions ਪਈਆਂ ਹੁੰਦੀਆਂ ਨੇ processing ਹੋਣ ਦੇ ਲਈ। Although closely associated with the central processing unit, memory is separate from it. ਚਾਹੇ ਮਤਲਬ CPU ਸੈਂਟਰਲ ਪ੍ਰੋਸੈਸਿੰਗ ਯੂਨਿਟ ਮਤਲਬ CPU ਦੇ ਕਾਫੀ ਜ਼ਿਆਦਾ ਮਤਲਬ ਕਲੋਜ਼ ਹੁੰਦੀ ਹੈ ਫਿਰ ਵੀ ਇਹ ਮੈਮਰੀ ਇੱਕ ਅਲੱਗ ਪਾਰਟ ਹੀ ਮੰਨਿਆ ਜਾਂਦਾ ਹੈ CPU ਨਾਲੋਂ ਬਟ CPU ਦੇ ਵਿੱਚ ਅਟੈਚ ਹੁੰਦੀ ਆ। ਐਵਰੀ ਇੰਸਟਰਕਸ਼ਨ ਹੈਜ਼ ਟੂ ਬੀ ਫੈਚਡ ਫਰੋਮ ਮੈਮਰੀ। ਹਰੇਕ ਇੰਸਟਰਕਸ਼ਨ ਨੂੰ ਅਸੀਂ ਮੈਮਰੀ ਤੋਂ ਫੈਚ ਕਰਦੇ ਹਾਂ before it can be execute ਕਰਾਉਣ ਤੋਂ ਪਹਿਲਾਂ and most instructions involve retrieving data from memory or storing data into memory। ਤੇ ਜ਼ਿਆਦਾਤਰ ਇੰਸਟਰਕਸ਼ਨ ਦੇ ਵਿੱਚ ਕੀ ਹੁੰਦਾ ਮੈਮਰੀ ਤੇ ਡਾਟਾ ਰਿਟਰੀਵ ਕਰਵਾਇਆ ਜਾਂਦਾ ਜਾਂ ਫਿਰ ਮੈਮਰੀ ਵਿੱਚ ਡਾਟਾ ਸਟੋਰ ਕੀਤਾ ਜਾਂਦਾ ਹੈ। Hence memory transfer is considered as most important transfer for instruction execution। ਇਸ ਲਈ instruction execution ਜੋ ਸਭ ਤੋਂ ਮੇਨ ਪਾਰਟ ਹੈਗਾ ਉਹ ਮੈਮਰੀ ਤੋਂ ਡਾਟਾ ਟ੍ਰਾਂਸਫਰ ਕਰਵਾਉਣਾ ਹੀ ਹੈ। ਇੰਸਟਰਕਸ਼ਨਸ ਜ਼ਿਆਦਾਤਰ ਮੈਮਰੀ ਤੋਂ ਡਾਟਾ ਟ੍ਰਾਂਸਫਰ ਕਰਵਾਉਂਦੀਆਂ ਨੇ ਚਾਹੇ ਉਹ ਸਟੋਰ ਕਰਦੀਆਂ ਹੋਣ ਚਾਹੇ ਉਹ ਤੋਂ ਫੈਚ ਕਰਵਾਉਂਦੀਆਂ ਹੋਣ। ਮੈਮਰੀ ਟ੍ਰਾਂਸਫਰ ਕੈਨ ਬੀ ਅਚੀਵਡ ਵਾਇਆ ਏ ਸਿਸਟਮ। ਬਸ ਜਿਹੜੀ ਮੈਮਰੀ ਟ੍ਰਾਂਸਫਰ ਹੋ ਰਹੀ ਹੈ ਮੈਮਰੀ ਤੋਂ ਡਾਟਾ ਦੀ ਫੈਚਿੰਗ ਕਰਵਾਉਣਾ ਜਾਂ ਮੈਮਰੀ ਵਿੱਚ ਸਟੋਰ ਕਰਵਾਉਣਾ ਉਹ ਇੱਕ ਸਿਸਟਮ ਦੇ ਥਰੂ ਹੁੰਦਾ ਗਾ ਡੈਟ ਇਜ਼ ਕਾਲਡ ਬਸ ਸਿਸਟਮ। ਐਂਡ ਸਿੰਸ ਦ ਲੋਕੇਸ਼ਨ ਇਨ ਮੈਮਰੀ ਫॉर ਈਚ ਇੰਸਟਰਕਸ਼ਨ ਐਂਡ ਈਚ ਪੀਸ ਆਫ ਡਾਟਾ ਇਜ਼ ਆਈਡੈਂਟੀਫਾਈਡ ਬਾਈ ਐਡਰੈਸ। ਹਰੇਕ ਮੈਮਰੀ ਦੇ ਹਰੇਕ ਇੰਸਟਰਕਸ਼ਨ ਦਾ ਉਹਦੀ ਜਾਂ ਫਿਰ ਹਰੇਕ piece of data ਦਾ ਇੱਕ ਐਡਰੈਸ ਹੁੰਦਾ। this address is supplied by the CPU on the address bus। ਇਹ ਐਡਰੈਸ CPU ਦੁਆਰਾ ਐਡਰੈਸ ਬੱਸ ਦੇ ਉੱਪਰ ਲੋਕੇਟ ਕਰਤਾ ਜਾਂਦਾ ਸਪਲਾਈ ਕਰ ਦਿੱਤਾ ਜਾਂਦਾ ਹੈ। ਕੰਸੀਡਰ ਏ ਮੈਮਰੀ ਯੂਨਿਟ ਕੰਸੀਡਰ ਕਰਦੇ ਹਾਂ ਕਿ ਇੱਕ ਮੈਮਰੀ ਯੂਨਿਟ ਦਾ ਡੈਟ ਰਿਸੀਵ ਦਾ ਐਡਰੈਸ ਫਰੋਮ ਏ ਰਜਿਸਟਰ ਕਾਲਡ ਐਡਰੈਸ ਰਜਿਸਟਰ। ਜਿਹੜੀ ਕਿ ਜੇ ਉਹ ਰਜਿਸਟਰ ਤੋਂ ਐਡਰੈਸ ਰਿਸੀਵ ਕਰਵਾ ਰਹੀ ਹੈ ਤਾਂ ਉਹ ਐਡਰੈਸ ਰਜਿਸਟਰ ਹੋ ਜਾਏਗਾ। ਸਿੰਪਲਾਈਜ਼ਡ ਬਾਈ AR ਜਿਹਨੂੰ ਅਸੀਂ AR ਕਹਿੰਦੇ ਹਾਂ। ਦਾ ਡਾਟਾ ਆਰ ਟ੍ਰਾਂਸਫਰ ਟੂ ਅਨਦਰ ਰਜਿਸਟਰ ਕਾਲਡ ਡਾਟਾ ਰਜਿਸਟਰ। ਜੇ ਡਾਟਾ ਇੱਕ ਰਜਿਸਟਰ ਤੋਂ ਦੂਜੇ ਰਜਿਸਟਰ 'ਚ ਹੁੰਦਾ ਤਾਂ ਡਾਟਾ ਰਜਿਸਟਰ ਕਹਿਲਾਉਂਦਾ ਗਾ। ਸਿੰਪਲਾਈਜ਼ਡ ਬਾਈ DR ਜਿਹਨੂੰ ਕਹਿੰਦੇ ਹਾਂ ਅਸੀਂ। This is illustrated in figure 4.9 ਦੇ ਵਿੱਚ ਅਸੀਂ ਦੇਖਦੇ ਹਾਂ ਕਿਵੇਂ ਮਤਲਬ ਇਲਸਟ੍ਰੇਟ ਕੀਤਾ ਗਿਆ ਇਹਨਾਂ ਨੇ। ਜਿਵੇਂ ਕਿ ਹੁਣ ਮੇਰੇ ਕੋਲ AR ਆ ਐਡਰੈਸ ਰਜਿਸਟਰ this is memory unit and this is DR data registers। ਠੀਕ ਹੈ ਜੀ ਤਾਂ ਇਹਦੇ ਵਿੱਚ ਕੀ ਹੋ ਰਿਹਾ ਕਿ ਐਡਰੈਸ ਰਜਿਸਟਰ ਕੀ ਹੁੰਦਾ ਮੈਮਰੀ DR ਕੀ ਹੁੰਦਾ ਅੱਗੇ ਡਿਫਾਈਨ ਕੀਤਾ ਹੈ। ਐਡਰੈਸ ਰਜਿਸਟਰ ਮੈਮਰੀ ਦੇ ਵਿੱਚ ਕੀ ਕਰਵਾ ਰਿਹਾ ਡਾਟਾ ਟ੍ਰਾਂਸਫਰ ਕਰਵਾ ਰਿਹਾ। DR ਜੋ ਡਾਟਾ ਰਜਿਸਟਰ ਆ ਉਹ ਮੈਮਰੀ 'ਚ ਟ੍ਰਾਂਸਫਰ ਵੀ ਕਰਵਾ ਰਿਹਾ ਮੈਮਰੀ ਤੋਂ ਫੈਚ ਵੀ ਕਰਵਾ ਰਿਹਾ ਮੈਮਰੀ ਦੇ ਉੱਪਰ ਰੀਡ ਤੇ ਰਾਈਟ ਆਪਰੇਸ਼ਨ ਅਪਲਾਈ ਹੋ ਰਹੇ ਆ। ਐਂਡ ਇਨ ਮੋਸਟ ਡਿਜੀਟਲ ਸਿਸਟਮਸ ਐਡਰੈਸ ਰਜਿਸਟਰਸ ਕੀ ਹੁੰਦੇ ਆ ਐਡਰੈਸ ਰਜਿਸਟਰ ਕਾਲਡ ਐਡਰੈਸ ਰਜਿਸਟਰ ਹੋਲਡ ਦਾ ਐਡਰੈਸ ਡਿਊਰਿੰਗ ਦਾ ਮੈਮਰੀ ਆਪਰੇਸ਼ਨ। ਜਿਹੜਾ ਮੈਮਰੀ ਦੇ ਆਪਰੇਸ਼ਨ ਦੇ ਦੌਰਾਨ ਜਿਹੜੇ ਐਡਰੈਸ ਨੂੰ ਹੋਲਡ ਕਰਕੇ ਰੱਖਦਾ ਡੈਟ ਇਜ਼ ਕਾਲਡ ਐਡਰੈਸ ਰਜਿਸਟਰ। ਇਟ ਹੋਲਡ ਦਾ address of a location in memory from which data or instruction are to be read or where they have to be written। ਇਹ ਮੈਮਰੀ ਦੇ ਉਸ ਐਡਰੈਸ ਨੂੰ ਹੋਲਡ ਕਰਕੇ ਰੱਖਦਾ ਜਿੱਥੇ ਇੰਸਟਰਕਸ਼ਨਸ ਕੀ ਕਰਦੀਆਂ ਨੇ ਡਾਟਾ ਜਾਂਦਾ ਰੀਡ ਕਰਵਾਉਂਦੀਆਂ ਨੇ ਜਾਂ ਫਿਰ ਡਾਟਾ ਉਹਦੇ ਵਿੱਚ ਰਾਈਟ ਕਰਵਾਉਂਦੀਆਂ ਨੇ। When reading from memory data address by AR is fed into the DR। ਜਦੋਂ ਰੀਡਿੰਗ ਕਰਵਾਉਂਦਾ ਮੈਮਰੀ ਤੋਂ ਮਤਲਬ ਲੈ ਰਿਹਾ ਫੈਚ ਕਰਵਾ ਰਿਹਾ ਜਿਹੜਾ ਡਾਟਾ ਐਡਰੈਸ ਹੁੰਦਾ AR ਦਾ ਉਹਨੂੰ ਅਸੀਂ ਡਾਟਾ ਰਜਿਸਟਰ ਦੇ ਵਿੱਚ ਕੀ ਕਰਦੇ ਹਾਂ AR ਦਾ ਜੋ ਐਡਰੈਸ ਆ DR ਦੇ ਵਿੱਚ ਫੈਡ ਕਰ ਦਿੰਦੇ ਦੈਨ ਯੂਜ਼ਡ ਬਾਈ CPU ਦੁਆਰਾ ਉਹ CPU ਦੁਆਰਾ ਯੂਜ਼ ਕੀਤਾ ਜਾਂਦਾ। ਵੈਨ ਰਾਈਟਿੰਗ ਟੂ ਮੈਮਰੀ ਜਦੋਂ ਅਸੀਂ ਰਾਈਟ ਕਰਵਾਵਾਂਗੇ ਮੈਮਰੀ 'ਚ ਕੁਛ ਐਡ ਕਰ ਰਹੇ ਹਾਂ ਮਤਲਬ ਤਾਂ CPU ਰਾਈਟ ਡਾਟਾ ਫਰੋਮ DR ਤਾਂ CPU DR ਤੋਂ ਡਾਟਾ ਰਾਈਟ ਕਰਵਾ ਕੇ ਟੂ ਦਾ ਮੈਮਰੀ ਲੋਕੇਸ਼ਨ ਦੇ ਵਿੱਚ ਰੱਖ ਦਿੰਦਾ ਹੂਜ਼ ਐਡਰੈਸ ਇਜ਼ ਸਟੋਰਡ ਇਨ AR ਜਿਹਦਾ ਐਡਰੈਸ ਉਸ ਲੋਕੇਸ਼ਨ ਤੇ ਰੱਖੂਗਾ ਜਿਹਦਾ ਐਡਰੈਸ AR ਕੋਲੇ ਹੋਏਗਾ। ਦੇਖੋ AR ਦਾ ਕੰਮ ਮੇਨ ਇਹੀ ਹੈ ਕਿ ਐਡਰੈਸ ਰੱਖਣਾ। ਠੀਕ ਹੈ ਜੀ ਡਾਟਾ ਰਜਿਸਟਰ ਸਪੈਸ਼ਲ ਰਜਿਸਟਰ ਕਾਲ ਡਾਟਾ ਰਜਿਸਟਰ ਹੋਲਡ ਦਾ ਡਾਟਾ ਬਿਫੋਰ ਔਰ ਆਫਟਰ ਦਾ ਆਪਰੇਸ਼ਨ। ਇਹਦੇ ਕੋਲੇ ਉਹ ਡਾਟਾ ਹੋਏਗਾ ਹੋਲਡ ਦਾ ਡਾਟਾ ਬਿਫੋਰ ਔਰ ਆਫਟਰ ਦਾ ਆਪਰੇਸ਼ਨ ਇਹਦੇ ਕੋਲੇ ਆਪਰੇਸ਼ਨ ਪਰਫਾਰਮ ਹੋਣ ਤੋਂ ਪਹਿਲਾਂ ਤੇ ਬਾਅਦ ਵਾਲਾ ਡਾਟਾ ਦੋਨੋਂ ਤਰ੍ਹਾਂ ਦਾ ਡਾਟਾ ਇਹ ਸਟੋਰ ਕਰਕੇ ਰੱਖਦਾ। ਇਟ ਕੰਟੇਨ ਦਾ ਡਾਟਾ ਟੂ ਬੀ ਸਟੋਰਡ ਇਨ ਮੈਮਰੀ।
ਇਹ ਕੀ ਕਰਦਾ ਹੈਗਾ ਡਾਟਾ ਨੂੰ ਮੈਮਰੀ ਵਿੱਚ ਸਟੋਰ ਕਰ ਦਿੰਦਾ ਔਰ ਡਾਟਾ ਆਫਟਰ ਫੈਚ ਫਰੋਮ ਮੈਮਰੀ ਜਾਂ ਫਿਰ ਡਾਟਾ ਨੂੰ ਕੀ ਕਰਦਾ ਹੈਗਾ ਮੈਮਰੀ ਤੋਂ ਫੈਚ ਕਰਵਾਉਂਦਾ ਹੈਗਾ। ਮੈਮਰੀ ਤੋਂ ਅਸਲ ਵਿੱਚ ਮੈਮਰੀ ਦੇ ਵਿੱਚ ਡਾਟਾ ਸਟੋਰ ਕਰਵਾਉਣ ਤੇ ਡਾਟਾ ਫੈਚ ਕਰਵਾਉਣ ਦਾ ਜਿਹੜਾ ਅਸਲੀ ਫੰਕਸ਼ਨ ਆ ਉਹ ਕੌਣ ਪਰਫਾਰਮ ਕਰਦਾ, ਡਾਟਾ ਰਜਿਸਟਰ ਹੀ ਪਰਫਾਰਮ ਕਰਦਾ। There are two memory transfer operations. So there are ਦੋ ਤਰ੍ਹਾਂ ਦੇ memory ਦੇ operation perform ਕੀਤੇ ਜਾਂਦੇ ਆ। First is read operation, second is write operation. Memory to register transfer is called read operation. ਜਦੋਂ ਤੁਸੀਂ memory ਤੋਂ register ਦੇ ਵਿੱਚ transfer ਹੁੰਦੀ ਹੈ ਤਾਂ read operation ਕਹਿਲਾਉਂਦੇ ਆ। Where register to memory, ਜੇ ਤੁਸੀਂ register ਤੋਂ memory 'ਚ transfer ਕਰਦੇ ਹੋ write operation ਕਹਿਲਾਉਂਦੇ ਆ। These kinds of transfer are achieved via a system bus. ਇਹ ਸਾਰੇ operations system bus ਦੁਆਰਾ achieve ਕੀਤੇ ਜਾਂਦੇ। It is necessary to supply the address of memory location for memory transfer to memory transfer operation. ਇਸ ਲਈ ਜ਼ਰੂਰੀ ਆ ਕਿ ਉਹਨਾਂ ਨੂੰ address supply ਕੀਤੇ ਜਾਣ buses ਨੂੰ ਤਾਂ ਜੋ ਉਹ buses ਉਸ address particular address ਦੇ ਉੱਪਰ ਜਾ ਕੇ ਡਾਟਾ ਰੀਡ ਕਰਵਾ ਸਕਣ ਜਾਂ ਡਾਟਾ ਰਾਈਟ ਕਰਵਾ ਸਕਣ, ਮਤਲਬ ਦੋਨੋਂ ਆਪਰੇਸ਼ਨ ਪਰਫਾਰਮ ਕਰ ਸਕਣ। ਲੋਕੇਸ਼ਨ ਅਲੱਗ-ਅਲੱਗ ਹੋ ਸਕਦੀ ਹੈ ਉਹਨਾਂ ਵਾਸਤੇ। ਬੱਸਸ ਦੇ ਲਈ ਲੋਕੇਸ਼ਨ ਜਿਹੜੀ ਹੈਗੀ ਹੈ ਡਾਟਾ ਨੂੰ ਰੀਡ ਜਾਂ ਰਾਈਟ ਕਰਵਾਉਣ ਲਈ ਉਹ ਇੱਕ ਮੈਮਰੀ ਦੀ ਵੀ ਹੋ ਸਕਦੀ ਆ, ਉਹਨਾਂ ਲਈ ਉਹ ਇੱਕ ਰਜਿਸਟਰ ਦੀ ਵੀ ਲੋਕੇਸ਼ਨ ਹੋ ਸਕਦੀ ਹੈ। ਰਜਿਸਟਰਸ ਤੇ ਮੈਮਰੀ ਦੇ ਵਿਚਕਾਰ ਡਾਟਾ ਟਰਾਂਸਫਰਿੰਗ ਦਾ ਕੰਮ ਬੱਸਸ ਹੀ ਕਰਦੀਆਂ ਨੇ। ਓਕੇ, when the CPU need to read a word from memory, ਜਦੋਂ ਮਤਲਬ CPU ਨੂੰ ਕੋਈ ਵਰਡ ਰੀਡ ਕਰਨਾ ਗਾ ਮੈਮਰੀ ਤੋਂ, ਇਟ ਪਲੇਸ ਦਾ ਐਡਰੈਸ ਔਨ ਦਾ ਐਡਰੈਸ ਬਸ, ਤਾਂ ਉਹ ਐਡਰੈਸ ਬਸ ਦੇ ਉੱਪਰ ਇੱਕ ਉਹ ਮਤਲਬ ਉਸ ਮੈਮਰੀ ਦੀ ਜਿਹੜੀ ਲੋਕੇਸ਼ਨ ਆ ਜਿੱਥੋਂ ਡਾਟਾ ਰੀਡ ਕਰਵਾਉਣਾ ਉਹਦਾ ਐਡਰੈਸ ਕੀ ਕਰ ਦੇਗਾ, ਲੋਕੇਟ ਕਰ ਦੇਗਾ। ਅਸਰਟਸ ਦਾ ਰੀਡ ਸਿਗਨਲ, ਤਾਂ ਉਹਨੂੰ ਇੱਕ ਸਿਗਨਲ ਦੇਗਾ ਕਿ ਰੀਡ ਕਰਨਾ ਗਾ ਡਾਟਾ, ਰਾਈਟ ਨਹੀਂ ਕਰਨਾ। ਰੀਡ ਕਰਨਾ ਹੁੰਦਾ ਫੈਚ ਲੈਣਾ ਉੱਥੋਂ ਡਾਟਾ, ਠੀਕ ਹੈ, ਰਾਈਟ ਕਰਨਾ ਹੁੰਦਾ ਉਹਦੇ ਵਿੱਚ ਐਡ ਕਰਨਾ ਡਾਟਾ। ਐਂਡ ਦੈਨ ਰੀਡ ਦਾ ਰਿਕੁਆਇਰਡ ਵਰਡ ਫਰੋਮ ਦਾ ਮੈਮਰੀ, ਤੇ ਉੱਥੋਂ ਉਹ ਜੋ ਡਾਟਾ ਚਾਹੀਦਾ ਉੱਥੋਂ ਰੀਡ ਕਰ ਲਏਗਾ। ਔਨ ਦੀ ਅਦਰ ਹੈਂਡ ਵੈਨ ਇਟ ਨੀਡ ਟੂ ਰਾਈਟ ਟੂ ਵਰਡ ਦਸ ਮੈਮਰੀ, ਜਦੋਂ ਉਹਨੇ ਮੈਮਰੀ ਵਿੱਚ ਵਰਡ ਰਾਈਟ ਕਰਨੇ ਆ, ਠੀਕ ਹੈ, ਐਡ ਕਰਨੇ ਆ CPU, ਉਦੋਂ ਵੀ ਪਲੇਸਿਸ ਦਾ ਵੈਲਿਊ ਔਨ ਦਾ ਡਾਟਾ ਬਸ, ਉਦੋਂ ਪਲੇਸ ਕਰੇਗਾ ਐਡਰੈਸ ਨਹੀਂ ਵੈਲਿਊ, ਡਾਟਾ ਪਲੇਸ ਕਰ ਦੇਗਾ ਨਾਲ ਉਹਨੂੰ ਕੀ ਦੇ ਦੇਗਾ, ਐਡਰੈਸ ਦੇ ਦੇਗਾ। ਉਹ ਉੱਥੇ ਜਾਈ ਕਿ ਉਸ ਐਡਰੈਸ ਦੇ ਉੱਪਰ ਉਹ ਬਸ ਕੀ ਕਰਦੇ ਡਾਟਾ ਮਤਲਬ ਕਿ ਐਡ ਕਰਦੇ, ਕਿਉਂਕਿ ਡਾਟਾ ਤਾਂ ਦੇਖੋ ਹੋਣਾ ਜ਼ਰੂਰ ਇਕੱਲਾ ਐਡਰੈਸ ਨਹੀਂ, ਪਲੱਸ ਉਹਦੇ ਕੋਲ ਡਾਟਾ ਵੀ ਹੋਣਾ ਚਾਹੀਦਾ ਬੱਸ ਕੋਲ। ਐਂਡ ਅਸਰਟ ਦਾ, ਤੇ ਉੱਥੇ ਉਹਨੂੰ ਰਾਈਟ ਸਿਗਨਲ ਦੇਗਾ ਕਿ ਰਾਈਟ ਕਰਨਾ। ਐਂਡ ਸਟੋਰ ਏ ਵਰਡ ਟੂ ਏ ਮੈਮਰੀ, ਤੇ ਮੈਮਰੀ ਵਿੱਚ ਕੀ ਕਰ ਦੇਗਾ ਡਾਟਾ ਸਟੋਰ ਕਰ ਦੇਗਾ। ਹੈਂਸ ਡਿਊਰਿੰਗ ਰੀਡ ਆਪਰੇਸ਼ਨ CPU ਐਕਟੀਵੇਟਸ ਰੀਡ ਸਿਗਨਲ, ਰੀਡਿੰਗ ਟਾਈਮ ਰੀਡ ਸਿਗਨਲ ਦੇਗਾ ਐਂਡ ਰਾਈਟਿੰਗ ਟਾਈਮ ਰਾਈਟ ਸਿਗਨਲ CPU ਬੱਸਸ ਨੂੰ ਦੇਗਾ। ਇਨ RTL ਮੈਮਰੀ ਟ੍ਰਾਂਸਫਰ ਆਪਰੇਸ਼ਨ ਫੋਲੋਇੰਗ ਰੂਲਸ। ਮੈਮਰੀ ਵਰਡ ਇਜ਼ ਰਿਪਰੈਜ਼ੈਂਟਡ ਬਾਈ ਲੈਟਰ M, ਮੈਮਰੀ ਦਾ ਜੋ ਵੀ ਡਾਟਾ ਹੋਏਗਾ, ਮੈਮਰੀ ਦਾ ਜੋ ਵੀ ਵਰਡ ਹੋਏਗਾ ਉਹਨੂੰ M ਦੁਆਰਾ ਰਿਪਰੈਜ਼ੈਂਟ ਕਰਦੇ ਹਾਂ। ਦਾ ਐਡਰੈਸ ਰਜਿਸਟਰ ਇਜ਼ data register is represented by AR and DR respectively. Specify address of M for memory transfer operation, ਹਮੇਸ਼ਾ memory ਤੇ word ਦਾ ਇੱਕ address ਹੋਏਗਾ। It is done by specifying letter M followed by address register enclosed in square bracket, ਜਿਵੇਂ for example MAR ਮਤਲਬ address register ਜਿਹੜੀ ਮੈਮਰੀ ਦਾ ਮੈਮਰੀ ਲੋਕੇਸ਼ਨ whose address is in the memory location, ਜਿਹਦਾ ਐਡਰੈਸ ਕਾਹਦੇ ਵਿੱਚ ਪਿਆਗਾ, ਐਡਰੈਸ ਰਜਿਸਟਰ ਵਿੱਚ ਪਿਆਗਾ। this means, ਠੀਕ ਹੈ, ਇਹਦਾ ਮਤਲਬ ਇਹ ਆ। ਨੈਕਸਟ ਹੈ ਜੀ ਮੈਮਰੀ ਰੀਡ ਕੀ ਹੁੰਦਾ। ਮੈਮਰੀ ਰੀਡ ਹੁੰਦਾ ਜਦੋਂ ਤੁਸੀਂ ਮੈਮਰੀ ਦੇ ਕਿਸੇ ਪਰਟੀਕੂਲਰ ਲੋਕੇਸ਼ਨ ਤੋਂ ਕੁਛ ਡਾਟਾ ਰੀਡ ਕਰਵਾਉਂਦੇ ਹੋ, ਵੈਲਿਊ ਰੀਡ ਕਰਵਾਉਂਦੇ ਹੋ, ਠੀਕ ਹੈ ਜੀ, ਤੇ ਉਹਨੂੰ ਕਿੱਥੇ ਰੱਖਦੇ ਹੋ, ਲੋਡ ਕਿੱਥੇ ਕਰਦੇ ਹੋ, ਡਾਟਾ ਰਜਿਸਟਰ ਦੇ ਵਿੱਚ। ਮੈਮਰੀ ਤੋਂ ਕਰਵਾ ਕੇ ਡਾਟਾ ਰਜਿਸਟਰ ਦੇ ਵਿੱਚ DR 'ਚ ਰੱਖਣਾ, ਤੁਹਾਨੂੰ ਕੀ ਬੋਲਦੇ ਆ, ਮੈਮਰੀ ਰੀਡ। ਇਹਨੂੰ ਅਸੀਂ ਕਿਸ ਆਪਰੇਸ਼ਨ ਨੂੰ ਕਿਵੇਂ ਨੋਟੇਟ ਕਰਦੇ ਆ, ਨੋਟੇਸ਼ਨ ਕੀ ਯੂਜ਼ ਕਰਦੇ ਆ, DR ਮਤਲਬ ਹੁੰਦਾ ਡਾਟਾ ਰਜਿਸਟਰ ਐਂਡ ਮੈਮਰੀ AR ਐਡਰੈਸ ਹੋਏਗਾ ਜਿੱਥੇ ਮੈਮਰੀ ਦਾ ਐਡਰੈਸ ਹੋਏਗਾ ਜਿੱਥੇ ਡਾਟਾ ਪਿਆ ਹੋਏਗਾ, ਤਾਂ ਉਹਨੂੰ ਟ੍ਰਾਂਸਫਰਿੰਗ ਕਿੱਥੇ ਹੋ ਰਹੀ ਆ, ਡਾਟਾ ਰਜਿਸਟਰ ਦੇ ਵਿੱਚ। ਮੈਮਰੀ ਰਾਈਟ ਦਾ ਮਤਲਬ ਹੁੰਦਾ ਜਦੋਂ ਤੁਸੀਂ ਕੋਈ ਵੈਲਿਊ ਡਾਟਾ ਤੁਸੀਂ ਰਜਿਸਟਰ ਦੇ ਵਿੱਚ ਮੈਮਰੀ ਵਿੱਚ ਸਟੋਰ ਕਰਨਾ ਗਾ, ਤਾਂ ਡਾਟਾ ਸਾਨੂੰ ਕਿੱਥੋਂ ਮਿਲੇਗਾ, DR ਤੋਂ, ਠੀਕ ਹੈ, DR ਤੋਂ ਲੈ ਕੇ ਮੈਮਰੀ ਦੀ ਲੋਕੇਸ਼ਨ ਦੇ ਵਿੱਚ ਸੇਵ ਕਰਨਾ, ਠੀਕ ਹੈ। ਤਾਂ ਇਹ ਆਪਰੇਸ਼ਨ ਨੂੰ ਅਸੀਂ ਕਿਵੇਂ ਨੋਟੇਟ ਕਰਦੇ ਹਾਂ, DR ਡਾਟਾ ਇੱਥੇ ਪਿਆ ਹੋਏਗਾ, ਇਹਨੂੰ ਪਾਸ ਹੋ ਰਿਹਾ ਮੈਮਰੀ ਦੇ ਇਹ ਐਡਰੈਸ ਆ ਮੈਮਰੀ ਦਾ ਜਿਹਦੇ ਵਿੱਚ ਕੀ ਆ ਇਹਦਾ DR ਦਾ ਡਾਟਾ ਟ੍ਰਾਂਸਫਰ ਹੋਏਗਾ। ਸੋ the data word stored in the data register DR is loaded into memory at the address specified by address register AR. So ਅੱਗੇ ਹੈ ਜੀ एग्जाम्पल लेते हैं, देखो जिਵੇਂ following transfer statement specify memory, explain the memory operation in
R1 देखो ਇਹਦੇ ਵਿੱਚ ਕੀ ਹੋ ਰਿਹਾ ਮੈਮਰੀ ਜਿਹੜੀ AR ਆ ਐਡਰੈਸ ਰਜਿਸਟਰ ਵਿੱਚ ਕੋਈ ਐਡਰੈਸ ਪਿਆ ਮੈਮਰੀ ਦਾ ਉਹਦਾ ਡਾਟਾ R1 ਰਜਿਸਟਰ ਵਿੱਚ ਟ੍ਰਾਂਸਫਰ ਹੋ ਰਿਹਾ। ਇੱਥੇ ਕੀ ਹੋ ਰਿਹਾ R2 ਰਜਿਸਟਰ ਦਾ ਡਾਟਾ MAR ਦੇ ਵਿੱਚ ਮਤਲਬ AR ਐਡਰੈਸ ਰਜਿਸਟਰ ਆ ਇਹਦੇ ਵਿੱਚ ਐਡਰੈਸ ਆ ਮੈਮਰੀ ਦੀ ਕਿਸੇ ਲੋਕੇਸ਼ਨ ਦਾ ਉੱਥੇ ਸਟੋਰ ਹੋ ਰਿਹਾ। ਇੱਥੇ ਕੀ ਹੋ ਰਿਹਾ R3 ਜੋ ਮੇਰੇ ਕੋਲ ਰਜਿਸਟਰ ਆ ਠੀਕ ਆ ਉਹਦੇ ਵਿੱਚ ਐਡਰੈਸ ਪਿਆ ਹੈ ਕਿਹਦਾ ਮੈਮਰੀ ਦਾ ਮੈਮਰੀ ਦੀ ਲੋਕੇਸ਼ਨ R3 ਰਜਿਸਟਰ ਵਿੱਚ ਪਈ ਹੋਈ ਆ ਉੱਥੇ ਡਾਟਾ ਪਿਆ ਹੈਗਾ ਉਹ ਡਾਟਾ ਮੈਂ ਕਿਹਨੂੰ ਟ੍ਰਾਂਸਫਰ ਕਰਵਾ ਰਹੀ ਹਾਂ R4 ਰਜਿਸਟਰ ਨੂੰ। ਇੱਥੇ ਦੱਸਣਾ ਇਹ ਮਤਲਬ ਕੀ ਹੈ ਇਹਦਾ ਮੀਨਿੰਗ ਕੀ ਹੈ ਐਕਸਪਲੇਨ ਕਰਨਾ ਇਹਨਾਂ ਆਪਰੇਸ਼ਨਸ ਨੂੰ। ਸੋ ਮੈਂ ਇੱਕ ਵਾਰ ਕਰ ਚੁੱਕੀ ਹਾਂ ਤੁਸੀਂ ਇੱਕ ਵਾਰ ਰੀਡ ਆਊਟ ਕਰ ਲਿਓ। ਨੈਕਸਟ ਹੈ ਜੀ ਮਾਈਕਰੋ ਆਪਰੇਸ਼ਨਸ ਜੋ ਵੈਸੇ ਆਪਾਂ ਥੋੜ੍ਹਾ ਜਿਹਾ ਇਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ ਨੈਕਸਟ ਵੀਡੀਓ ਵਿੱਚ ਆਪਾਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਮਾਈਕਰੋ ਆਪਰੇਸ਼ਨਸ ਕੀ ਹੁੰਦੀ ਆ Computer program consists of a sequence of instructions stored in a memory. Computer program ਦੇ ਵਿੱਚ ਕੀ ਹੁੰਦਾ ਬਹੁਤ ਸਾਰੀਆਂ instructions ਦਾ sequence ਬਣਿਆ ਹੁੰਦਾ ਉਹ instructions ਕਿੱਥੇ ਸੇਵ ਪਈਆਂ ਹੁੰਦੀਆਂ ਸਾਡੇ ਕੋਲੇ ਮੈਮਰੀ ਵਿੱਚ ਪਈਆਂ ਹੁੰਦੀਆਂ ਨੇ। The computer read each instruction from memory. ਕੰਪਿਊਟਰ ਹਰੇਕ instruction ਨੂੰ ਮੈਮਰੀ ਤੋਂ ਰੀਡ ਕਰਵਾਉਂਦਾ ਐਂਡ ਕੀ ਕਰਦਾ ਐਗਜ਼ੀਕਿਊਟ ਕਰਵਾਉਂਦਾ। When an instruction is read ਜਦੋਂ instruction read ਹੁੰਦੀ ਹੈ sequence of register level operation is initiated ਜਿੰਨੇ ਵੀ ਰਜਿਸਟਰ ਲੈਵਲ ਦੇ ਆਪਰੇਸ਼ਨਸ ਨੇ ਉਹ ਇਨੀਸ਼ੀਏਟ ਸਟਾਰਟ ਹੋ ਜਾਂਦੇ ਆ। these operation performed on the data stored in the register ਇਹ ਆਪਰੇਸ਼ਨਸ ਜੋ ਰਜਿਸਟਰ ਵਿੱਚ ਡਾਟਾ ਪਿਆ ਉਹਦੇ ਉੱਪਰ ਪਰਫਾਰਮ ਹੁੰਦੇ ਜਿਨ੍ਹਾਂ ਨੂੰ ਅਸੀਂ ਕੀ ਬੋਲਦੇ ਆ ਮਾਈਕਰੋ ਆਪਰੇਸ਼ਨ whereas the overall execution of instruction is called micro operation। ਤਾਂ ਮਾਈਕਰੋ ਆਪਰੇਸ਼ਨ ਦਾ ਮਤਲਬ ਮਾਈਕਰੋ ਆਪਰੇਸ਼ਨ ਕੀ ਹੁੰਦੇ ਆ ਜਦੋਂ ਤੁਸੀਂ ਰਜਿਸਟਰਸ ਦੇ ਉੱਪਰ ਪਏ ਹੋਏ ਰਜਿਸਟਰ ਦੇ ਵਿੱਚ ਪਏ ਹੋਏ ਡਾਟਾ ਦੇ ਉੱਪਰ ਆਪਰੇਸ਼ਨ ਪਰਫਾਰਮ ਕਰਦੇ ਆ ਆਪਰੇਸ਼ਨ ਕਿਸੇ ਵੀ ਟਾਈਪ ਦਾ ਹੋ ਸਕਦਾ ਰੀਡ ਰਾਈਟ ਜੋ ਵੀ ਆ ਜਾਂ ਓਵਰਆਲ ਅਸੀਂ ਇਹ ਕਹਿ ਸਕਦੇ ਜਦੋਂ ਤੁਸੀਂ ਕੋਈ ਇੰਸਟਰਕਸ਼ਨ ਪਰਫਾਰਮ ਕਰ ਰਹੇ ਇੰਸਟਰਕਸ਼ਨ ਐਗਜ਼ੀਕਿਊਟ ਹੋ ਰਹੀ ਆ CPU ਦੁਆਰਾ ਤਾਂ ਉਸ ਐਗਜ਼ੀਕਿਊਸ਼ਨ ਨੂੰ ਕੀ ਬੋਲਦੇ ਆ ਅਸੀਂ micro operation। So each micro operation specify hardware activities that can be executed by a single clock pulse while the overall execution of micro operation takes some number of clock pulses। ਅਸੀਂ ਕੁਝ clock pulses ਕੁਝ clock pulses ਜਿਹਨਾਂ ਨੂੰ ਅਸੀਂ hardware activities ਕਹਿੰਦੇ ਆ ਉਹ ਦਿੰਦਾ ਗਾ ਉਹਨਾਂ ਨੂੰ ਠੀਕ ਹੈ ਐਗਜ਼ੀਕਿਊਟ ਹੋਣ ਲਈ ਉਸ clock pulse ਦੇ ਵਿੱਚ ਉਹਨਾਂ ਨੇ ਕੀ ਹੁੰਦਾ ਐਗਜ਼ੀਕਿਊਟ ਹੋਣਾ ਹੁੰਦਾ ਮਾਈਕਰੋ ਆਪਰੇਸ਼ਨ ਹੁੰਦੀ। ਸੋ ਨੈਕਸਟ ਵੀਡੀਓ ਵਿੱਚ ਆਪਾਂ ਇਹਨਾਂ ਨੂੰ ਅੱਗੇ ਕੰਟੀਨਿਊ ਰੱਖਾਂਗੇ ਇਹਦੀ ਡਿਸਕਸ਼ਨ। ਸੋ ਸਟੂਡੈਂਟਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ ਐਂਡ ਬੈਲ ਆਈਕਨ ਦਬਾਓ ਤਾਂ ਜੋ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ। ਐਂਡ ਸਟੂਡੈਂਟਸ ਜੇ ਤੁਹਾਡੇ ਕੋਲ ਕੋਈ ਵੀ ਡਾਊਟਸ ਹੁੰਦਾ ਹੈਗਾ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਲੀਵ ਕਰਦੇ ਕਰੋ ਜਾਂ ਫਿਰ ਤੁਸੀਂ ਬਾਏ ਕਾਲ ਮੈਨੂੰ ਪੁੱਛ ਸਕਦੇ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਹੋ ਸਟੂਡੈਂਟਸ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਰਿਸਪੌਂਸ ਨਹੀਂ ਆ ਰਿਹਾ। ਸੋ नेक्स्ट टाइम ध्यान रखना गा। ओके थैंक यू सो मच फॉर वॉचिंग माई वीडियो।